ਸਤਿ ਸ਼੍ਰੀ ਅਕਾਲ ਜੀ। ਅੱਜ ਸ਼ਾਮ ਮੇਰੇ ਦਾਦੀ ਪੂਰੇ ਹੋ ਗਏ। ਮੈਂ ਉਹਨਾਂ ਦੇ ਨਾਲ ਬਹੁਤ ਵਕਤ ਗੁਜ਼ਾਰਿਆ ਸੀ, ਪਰ ਉਸ ਤੋਂ ਵੀ ਜ਼ਿਆਦਾ ਵਕਤ ਮੇਰੀ ਮਾਂ ਨੇ ਉਹਨਾਂ ਨਾਲ ਬਿਤਾਇਆ ਸੀ। ਅੱਜ ਘਰ ਵਿੱਚ ਮੇਰੇ ਦਾਦੀ ਦੀ ਲਾਸ਼ ਪਈ ਸੀ। ਭੂਆ ਦਾ ਰੋ ਰੋ ਕੇ ਬੁਰਾ ਹਾਲ ਸੀ। ਪਾਪਾ ਵੀ ਉਹਨਾਂ ਨੂੰ ਚੁੱਪ ਕਰਾਉਂਦੇ, ਵਿੱਚੋਂ ਆਪ ਵੀ ਕਈ ਵਾਰ ਰੋ ਰਹੇ ਸੀ। ਮੈਂ ਇਹ ਸਭ ਵਿੱਚ ਆਪਣੀ ਮਾਂ ਨੂੰ ਦੇਖ ਰਹੀ ਸੀ। ਉਹਨਾਂ ਨੇ ਅਜੇ ਤੱਕ ਬਹੁਤ ਹੀ ਹੌਸਲੇ ਨਾਲ ਕੰਮ ਲਿਆ ਸੀ ਕਿ ਜੋ ਸਾਰੇ ਕਹਿੰਦੇ ਨੇ ਉਹ ਸਹੀ ਸੀ। ਵਾਕਈ ਮੇਰੀ ਮੰਮੀ ਨੂੰ ਦਾਦੀ ਦੇ ਜਾਣ ਦਾ ਕੋਈ ਦੁੱਖ ਨਹੀਂ ਸੀ। ਆਖਰ ਮੈਂ ਮੰਮੀ ਤੋਂ ਪੁੱਛ ਹੀ ਲਿਆ ਕਿ ਸਾਰੇ ਦਾਦੀ ਨੂੰ ਰੋ ਰਹੇ ਆ, ਤੁਸੀਂ ਕਿਉਂ ਨਹੀਂ ਰੋ ਰਹੇ? ਤਾਂ ਮੇਰੀ ਮੰਮੀ ਨੇ ਕਿਹਾ, ਆ ਬੈਠ, ਸੁਣ ਮੇਰੀ ਦੋਹਰੀ ਜ਼ਿੰਦਗੀ ਦੀ ਕਹਾਣੀ। ਮੈਂ ਇਹ ਸਭ ਨਹੀਂ ਸੁਣਨਾ। ਮੰਮੀ ਜੋ ਪੁੱਛਿਆ ਬਸ ਉਸ ਦਾ ਜਵਾਬ ਦਿਓ। ਮੇਰੀ ਗੱਲ ਸੁਣ, ਉਹਨਾਂ ਗੁੱਸੇ ਵਿੱਚ ਕਿਹਾ। ਜੇ ਸੁਣਨ ਦਾ ਇੰਨਾ ਹੀ ਸ਼ੌਂਕ ਆ ਤਾਂ ਪੂਰਾ ਸੱਚ ਸੁਣ। ਮੰਮੀ ਨੇ ਕਿਹਾ, ਅੱਜ ਤੋਂ 20 ਸਾਲ ਪਹਿਲਾਂ ਮੇਰਾ ਵਿਆਹ ਤੇਰੇ ਪਾਪਾ ਹਰਸ਼ ਨਾਲ ਹੋਇਆ ਸੀ। ਮੈਂ ਇੱਕ ਮਿਡਲ ਕਲਾਸ ਦੀ ਕੁੜੀ ਸੀ, ਬੀਏ ਪੜ੍ਹੀ, ਜਿਸ ਨੂੰ ਕਦੇ ਇਕੱਲੇ ਬਾਹਰ ਨਹੀਂ ਭੇਜਿਆ। ਮੇਰੇ ਵਿਆਹ ਇੱਕ ਰੀਝ ਘਰ ਦੇ ਵਿੱਚ ਹੋਇਆ। ਮੇਰੇ ਘਰਦਿਆਂ ਨੇ ਇੰਨੇ ਉੱਚੇ ਘਰ ਮੇਰਾ ਰਿਸ਼ਤਾ ਕਰ ਆਪਣੇ ਆਪ ਨੂੰ ਮੇਰੇ ਬੋਝ ਤੋਂ ਆਜ਼ਾਦ ਕਰ ਲਿਆ। ਇਹ ਵੀ ਨਹੀਂ ਸੋਚਿਆ ਕਿ ਉਹ ਇੰਨੇ ਵੱਡੇ ਘਰ ਵਿੱਚ ਐਡਜਸਟ ਕਿਵੇਂ ਕਰੇਗੀ। ਖੈਰ, ਉਹਨਾਂ ਦੀ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇ ਦੇਵਾਂ। ਮੈਂ ਇੱਕ ਬੈਂਕ ਕਰਮਚਾਰੀ ਦੀ ਬੇਟੀ ਹਾਂ। ਪਾਪਾ ਦੀ 35,000 ਸੈਲਰੀ ਵਿੱਚ ਸਾਡਾ ਘਰ ਚੱਲਦਾ ਸੀ। ਮੰਮੀ ਨੇ ਸ਼ੁਰੂ ਤੋਂ ਹੀ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ ਗੱਲ ਸਿਖਾਈ ਸੀ। ਆਪਣੇ ਪਤੀ ਦਾ ਘਰ ਆਪਣਾ ਹੁੰਦਾ ਇਹ ਸਿਖਾਇਆ ਸੀ। ਮੈਂ ਹਰਸ਼ ਨਾਲ ਇਸ ਘਰ ਵਿੱਚ ਪੈਰ ਰੱਖਿਆ ਸੀ। ਮੈਂ ਘਰ ਵਿੱਚ ਸਭ ਨੂੰ ਆਪਣਾ ਸਮਝਿਆ, ਦਿਲੋਂ ਘਰ ਨੂੰ ਆਪਣਾ ਸਮਝਿਆ ਤੇ ਸਭ ਦਾ ਖਿਆਲ ਰੱਖਣ ਲਈ ਆਪਣਾ ਵਜੂਦ ਤੱਕ ਭੁੱਲ ਗਈ। ਮੇਰੇ ਪਾਪਾ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਸਾਡੇ ਵਿਆਹ ਵਿੱਚ ਖਰਚਾ ਕੀਤਾ, ਪਰ ਉਹ ਹਰਸ਼ ਦੇ ਘਰਦਿਆਂ ਨੂੰ ਖੁਸ਼ ਨਹੀਂ ਕਰ ਸਕੇ। ਅੱਜ ਤੱਕ ਹਰਸ਼ ਨੇ ਮੇਰੇ ਪਾਪਾ ਨੂੰ ਪਾਪਾ ਨਹੀਂ ਕਿਹਾ, ਪਰ ਮੈਂ ਆਪਣੇ ਪਹਿਲੇ ਦਿਨ ਤੋਂ ਹੀ ਮੰਮੀ ਨੂੰ ਮੰਮੀ ਜੀ ਤੇ ਡੈਡੀ ਨੂੰ ਡੈਡੀ ਜੀ ਕਿਹਾ। ਵਿਆਹ ਤੋਂ ਬਾਅਦ ਜਦੋਂ ਮੈਨੂੰ ਪਹਿਲੀ ਵਾਰ ਸਭ ਨਾਲ ਮਿਲਵਾਇਆ ਗਿਆ, ਉਸ ਵੇਲੇ ਵੀ ਹਾਸੇ ਵਿੱਚ ਹੀ ਮੇਰੀ ਬਹੁਤ ਬੇਇੱਜ਼ਤੀ ਕੀਤੀ ਗਈ। ਮੇਰੀ ਮੰਮੀ ਭੂਆ ਨੂੰ ਕਹਿਣ ਲੱਗੇ, ਕਿਉਂਕਿ ਮੇਰੀ ਭੂਆ ਵੀ ਕੋਲ ਹੀ ਬੈਠੇ ਸੀ, ਦੀਦੀ ਤੁਹਾਨੂੰ ਤਾਂ ਯਾਦ ਹੀ ਹੋਵੇਗਾ, ਤੁਸੀਂ ਵੀ ਉਦੋਂ ਮੰਮੀ ਨੂੰ ਚੁੱਪ ਵੀ ਕਰਾ ਰਹੇ ਸੀ ਤੇ ਮੇਰੇ ਤੇ ਹੱਸ ਵੀ ਰਹੇ ਸੀ। ਮੈਨੂੰ ਇੰਨੇ ਮਹਿੰਗੇ ਸੂਟ ਪਾਉਣ ਦੀ ਆਦਤ ਨਹੀਂ ਸੀ ਤੇ ਨਾ ਹੀ ਅਸੀਂ ਕਦੇ ਲਏ ਸੀ। ਮੇਰੇ ਤਾਂ ਵਿਆਹ ਵਾਲੇ ਕੱਪੜੇ ਵਿੱਚ ਵੀ ਕੋਈ 2000 ਤੋਂ ਉੱਪਰ ਦਾ ਸੂਟ ਨਹੀਂ ਸੀ। ਭੂਆ ਜੀ ਬੋਲੇ, ਬਸ ਕਰ ਕਿਰਨ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਕਰ, ਆਪਣਾ ਬੀਪੀ ਵਧਾ ਰਹੀ ਆ। ਇਹਨਾਂ ਗੱਲਾਂ ਵਿੱਚੋਂ ਕੀ ਮਿਲਣਾ? ਮੰਮੀ ਚੁੰਨੀ ਨਾਲ ਅੱਖਾਂ ਪੂੰਝਦੇ ਬੈਗ ਤੇ ਲਿਫਾਫੇ ਨੂੰ ਬੈੱਡ ਤੇ ਰੱਖ ਕੇ ਮੈਨੂੰ ਕਹਿਣ ਲੱਗੇ, ਇਹ ਦੇਖ, ਉਸ ਬੈਗ ਵਿੱਚ ਬਹੁਤ ਸਾਰੇ ਟੈਸਟ ਦੀਆਂ ਬਲੈਕ ਐਂਡ ਵਾਈਟ ਫੋਟੋਆਂ ਸੀ। ਇਹ ਕੀ ਹੈ ਮੰਮੀ? ਇਹ ਟੈਸਟ ਨੇ, ਇਹਨਾਂ ਵਿੱਚੋਂ 3 ਤੁਹਾਡੇ ਨੇ ਤੇ ਬਾਕੀ ਜੋ ਮੇਰੇ ਅਬੋਰਸ਼ਨ ਹੋਏ ਨੇ ਉਸ ਦੇ ਨੇ। ਹੁਣ ਭੂਆ ਵੀ ਮੰਮੀ ਨੂੰ ਹੌਸਲਾ ਦੇ ਰਹੇ ਸੀ। ਖੁਦ ਨੂੰ ਸੰਭਾਲਦੇ ਮੰਮੀ ਬੋਲੇ, ਮੈਨੂੰ ਘਰ ਵਿੱਚ ਨੌਕਰਾਣੀ ਤੋਂ ਥੋੜੀ ਜ਼ਿਆਦਾ ਇੱਜ਼ਤ ਮਿਲੀ ਸੀ ਬਸ, ਇਸ ਤੋਂ ਵੱਧ ਹੋਰ ਕੁਝ ਨਹੀਂ। ਮੇਰਾ ਪਹਿਲਾ ਬੱਚਾ ਹੋਇਆ ਤਾਂ ਘਰ ਵਿੱਚ ਬਹੁਤ ਖੁਸ਼ੀ ਮਨਾਈ ਗਈ। ਇਸ ਲਈ ਨਹੀਂ ਕਿ ਤੇਰੇ ਦਾਦਾ ਦਾਦੀ ਮਾਡਰਨ ਸੋਚਦੇ ਸੀ, ਸਗੋਂ ਇਸ ਲਈ ਕਿ ਵਿਆਹ ਤੋਂ 3 ਸਾਲ ਬਾਅਦ ਰੋਜੀ ਸਾਡੇ ਘਰ ਆਈ ਸੀ। ਰੋਜੀ ਮੇਰੀ ਭੈਣ ਸੀ। ਫਿਰ 2 ਸਾਲ ਬਾਅਦ ਮੈਨੂੰ ਦੂਜੇ ਬੱਚੇ ਲਈ ਮਜਬੂਰ ਕੀਤਾ ਗਿਆ, ਜਦੋਂ ਕਿ ਅਜੇ ਮੈਂ ਤਿਆਰ ਨਹੀਂ ਸੀ। ਫਿਰ ਵੀ ਮੈਂ ਦੂਜੀ ਮਾਂ ਬਣਨ ਵਾਲੀ ਸੀ ਤੇ ਤੇਰੀ ਦਾਦੀ ਮੈਨੂੰ ਡਾਕਟਰ ਕੋਲ ਚੈੱਕਅਪ ਲਈ ਲੈ ਗਈ। ਜੇ ਮੁੰਡਾ ਏ ਤਾਂ ਠੀਕ ਆ, ਨਹੀਂ ਤਾਂ ਸਫਾਈ ਕਰ ਦੋ। ਰੋਜੀ ਤੇ ਤੇਰੇ ਵਿੱਚ 6 ਸਾਲ ਦਾ ਫਰਕ ਜ਼ਰੂਰ ਆ, ਪਰ ਮੈਂ ਤੇਰੇ ਤੋਂ ਪਹਿਲਾਂ 3 ਵਾਰ ਆਪਣਾ ਬੱਚਾ ਗਿਰਾਇਆ। ਤੇਰੇ ਪਾਪਾ ਨੂੰ ਇਹ ਸਭ ਪਤਾ। ਮੰਮੀ ਦੀਆਂ ਅੱਖਾਂ ਵਿੱਚ ਹੰਝੂ ਭਰ ਪਾਪਾ ਵੱਲ ਵੇਖ ਰਹੇ ਸੀ। ਪਾਪਾ ਵੀ ਬੈੱਡ ਦੀ ਇੱਕ ਸਾਈਡ ਤੇ ਬੈਠ ਗਏ। ਮੰਮੀ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ। ਕੁਝ ਸਾਲਾਂ ਬਾਅਦ ਮੈਨੂੰ ਫਿਰ ਦਿਨ ਚੜ੍ਹ ਗਏ। ਇਸ ਵਾਰ ਮੈਂ ਤੇਰੇ ਪਾਪਾ ਨੂੰ ਥੋੜਾ ਲੇਟ ਦੱਸਿਆ, ਪਰ ਉਸ ਵੇਲੇ ਮੇਰਾ ਬੀਪੀ ਬਹੁਤ ਵੱਧ ਗਿਆ, ਜਿਸ ਕਾਰਨ ਅਬੋਰਸ਼ਨ ਕਰਨਾ ਔਖਾ ਹੋ ਗਿਆ। ਇਸ ਲਈ ਤੂੰ ਇਸ ਦੁਨੀਆ ਤੇ ਆਈ। ਡਾਕਟਰ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੂੰ ਹੁਣ ਮੁੰਡੇ ਬਾਰੇ ਸੋਚਿਆ ਤਾਂ ਤੇਰੀ ਜਾਨ ਨੂੰ ਖਤਰਾ। ਮੈਂ ਫਿਰ ਵੀ ਤੇਰੇ ਆਉਣ ਤੋਂ 4 ਸਾਲ ਬਾਅਦ ਤੇਰੇ ਛੋਟੇ ਭਰਾ ਅਮਨ ਨੂੰ ਜਨਮ ਦਿੱਤਾ। ਮੈਂ ਉਸ ਤੋਂ ਬਾਅਦ ਇੰਨੀ ਬਿਮਾਰ ਹੋ ਗਈ ਕਿ ਬਚਣ ਦੀ ਵੀ ਕੋਈ ਉਮੀਦ ਨਹੀਂ ਸੀ। ਮੈਂ ਬਹੁਤ ਕਮਜ਼ੋਰ ਹੋ ਗਈ। ਫਿਰ ਤੇਰੇ ਨਾਨੀ ਮੈਨੂੰ ਆਪਣੇ ਕੋਲ ਲੈ ਗਏ, ਜਿੱਥੇ ਜਾ ਕੇ ਮੈਂ ਠੀਕ ਹੋਈ। 4 ਮਹੀਨੇ ਬਾਅਦ ਘਰ ਵਾਪਸ ਆਈ। ਘਰ ਆ ਫਿਰ ਤੋਂ ਮੇਰੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਸਭ ਦਾ ਖਿਆਲ ਰੱਖਦੀ ਰਹੀ। ਮੈਂ ਆਪਣੀ ਪੂਰੀ ਜ਼ਿੰਦਗੀ ਇਸ ਘਰ ਨੂੰ ਦਿੱਤੀ, ਪਰ ਮੈਂ ਕਦੇ ਵੀ ਇਸ ਘਰ ਦੀ ਨਹੀਂ ਬਣ ਸਕੀ। ਹੁਣ ਮੰਮੀ ਉੱਚੀ ਰੋਣ ਲੱਗੀ। ਰੋਜੀ ਨੇ ਕੋਲ ਜਾ ਕੇ ਉਹਨਾਂ ਨੂੰ ਚੁੱਪ ਕਰਾਇਆ। ਮੰਮੀ ਫਿਰ ਬੋਲਣ ਲੱਗੇ, ਤੇਰੇ ਦਾਦੀ ਅੱਜ ਤੋਂ 10 ਸਾਲ ਪਹਿਲਾਂ ਵੀ ਬਿਮਾਰ ਹੋਏ ਸੀ। ਦੀਦੀ ਤੁਹਾਨੂੰ ਤਾਂ ਯਾਦ ਹੋਵੇਗਾ। ਮੰਮੀ ਨੇ ਰੋਂਦੇ ਹੋਏ ਭੂਆ ਵੱਲ ਵੇਖਿਆ। ਭੂਆ ਜੀ ਨੇ ਵੀ ਅੱਖਾਂ ਪੂੰਝਦੇ ਹਾਂ ਵਿੱਚ ਸਿਰ ਹਿਲਾ ਦਿੱਤਾ। ਉਸ ਵੇਲੇ ਤਾਂ ਦੀਦੀ ਵੀ ਨਹੀਂ ਆਏ ਸੀ।
ਤੂੰ ਬਹੁਤ ਛੋਟੀ ਸੀ, ਮੈਂ ਮੰਮੀ ਦੀ ਬਹੁਤ ਸੇਵਾ ਕੀਤੀ, ਪਰ ਜਦੋਂ ਸੇਵਾ ਦਾ ਫਲ ਮਿਲਣਾ ਸੀ ਉਸ ਵੇਲੇ ਮੰਮੀ ਨੇ ਸਭ ਦੇ ਸਾਹਮਣੇ ਕਿਹਾ, ਇਹਨੇ ਮੇਰਾ ਧਿਆਨ ਨਹੀਂ ਰੱਖਿਆ, ਮੈਂ ਤਾਂ ਆਪ ਹੀ ਰੁਲ ਪੁਲ ਕੇ ਠੀਕ ਹੋਈ ਹਾਂ। ਇੱਦਾਂ ਦੀਆਂ ਗੱਲਾਂ ਸੁਣ ਕਿੱਥੇ ਪਿਆਰ ਰਹਿ ਜਾਂਦਾ। ਮੈਂ ਫਿਰ ਵੀ ਚੁੱਪ ਰਹੀ, ਕਿਸੇ ਨੂੰ ਨਹੀਂ ਦੱਸਿਆ, ਕਿਉਂਕਿ ਮੇਰਾ ਹਾਲ ਸੁਣਨ ਵਾਲਾ ਕੋਈ ਨਹੀਂ ਸੀ। ਆਪਣੇ ਹੀ ਘਰ ਵਿੱਚ ਮੈਂ ਗੈਰਾਂ ਦੀ ਤਰ੍ਹਾਂ ਰਹਿੰਦੀ ਰਹੀ। ਦੀਦੀ ਦੇ ਆਉਣ 'ਤੇ ਮੰਮੀ ਸਾਫ਼ ਕਹਿ ਦਿੰਦੇ ਸੀ ਕਿ ਤੂੰ ਮੇਰੇ ਕਮਰੇ ਵਿੱਚ ਉਦੋਂ ਆਵੀਂ ਜਦੋਂ ਮੈਂ ਬੁਲਾਵਾਂ, ਆਪੇ ਨਹੀਂ ਆਉਣਾ। ਤੇ ਦੀਦੀ ਨੂੰ ਕਹਿੰਦੇ, ਜਿੰਨੀ ਦੇਰ ਮੈਂ ਆਵਾਜ਼ ਨਾ ਦੇਵਾਂ ਇਹ ਉੱਥੇ ਆਉਂਦੀ ਨਹੀਂ। ਬੋਲਿਓ ਦੀਦੀ, ਮੈਂ ਝੂਠ ਬੋਲ ਰਹੀ ਹਾਂ ਜਾਂ ਸੱਚ? ਭੂਆ ਦੇ ਵਗਦੇ ਹੰਝੂ ਮੰਮੀ ਦੀ ਸੱਚਾਈ ਦਾ ਸਬੂਤ ਦੇ ਰਹੇ ਸੀ। 500 ਗਜ ਦੀ ਕੋਠੀ, 4-4 ਕਾਰਾਂ, 2-2 ਡਰਾਈਵਰ, ਪਰ ਮੈਂ ਆਪਣੀ ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦੀ ਸੀ। ਮੇਰੇ ਵਿਆਹ 'ਤੇ ਤੇਰੇ ਨਾਨਾ ਜੀ ਨੇ ਇੱਕ ਸੋਨੇ ਦਾ ਸੈੱਟ ਪਾਇਆ ਸੀ ਤੇ ਸਾਡਾ ਵਿਆਹ ਸਿੰਪਲ ਸੀ ਤੇ ਰਿਸੈਪਸ਼ਨ ਬਹੁਤ ਵੱਡੀ, ਹਜ਼ਾਰਾਂ ਲੋਕ ਆਏ ਸੀ। ਇੰਨੇ ਵੱਡੇ ਘਰਾਂ ਨਾਲ ਸਾਡਾ ਰਿਸ਼ਤਾ ਜੁੜਿਆ ਹੈ। ਇਹ ਦੇਖ ਪਾਪਾ ਵੀ ਹੈਰਾਨ ਸੀ। ਮੇਰੇ ਵਿਆਹ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਗਰੀਬ ਘਰ ਦੀ ਨੂੰਹ ਲੈ ਕੇ ਆਂਦੀ ਆ, ਅਸੀਂ ਕੁਝ ਨਹੀਂ ਲਿਆ, ਸਾਨੂੰ ਕੁਝ ਨਹੀਂ ਚਾਹੀਦਾ, ਇਹੀ ਸੁਣਦੀ ਰਹੀ। ਕਿਸੇ ਨੇ ਇਹ ਨਹੀਂ ਕਿਹਾ ਕਿ ਘਰ ਸਾਂਭਣ ਵਾਲੀ ਆ, ਪੜ੍ਹੀ ਲਿਖੀ ਆ, ਸਭ ਦਾ ਖਿਆਲ ਰੱਖਦੀ ਆ, ਬਸ ਹਰ ਵਕਤ ਨੀਚਾ ਦਿਖਾਉਣਾ ਤੇ ਦੂਜਿਆਂ ਸਾਹਮਣੇ ਚੰਗਾ ਬਣਨਾ। ਫਿਰ ਵੀ ਮੈਂ ਇਹ ਸਭ ਸਹਿ ਗਈ, ਕਿਉਂਕਿ ਕਿਤੇ ਨਾ ਕਿਤੇ ਇਹ ਸੱਚ ਵੀ ਸੀ। ਮੰਮੀ ਬੋਲਦੇ ਰੋ ਰਹੇ ਸੀ। ਰੋਜੀ ਬੋਲੀ, ਮੰਮੀ ਬਸ ਕਰੋ, ਮਨ ਦਾ ਦਿਮਾਗ ਖਰਾਬ ਹੋ ਗਿਆ ਜੋ ਐਵੇਂ ਬੋਲੀ ਜਾ ਰਹੀ ਆ, ਤੁਸੀਂ ਚੁੱਪ ਕਰੋ ਤੇ ਚਲੋ ਮੇਰੇ ਕਮਰੇ 'ਚ। ਮੈਨੂੰ ਮੇਰੀ ਮੰਮੀ ਤੇ ਬਹੁਤ ਤਰਸ ਆ ਰਿਹਾ ਸੀ, ਪਰ ਮੇਰੇ ਸਵਾਲ ਅਜੇ ਵੀ ਖਤਮ ਨਹੀਂ ਸੀ ਹੋਏ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੰਨਾ ਸਭ ਕਿਉਂ ਬਰਦਾਸ਼ਤ ਕੀਤਾ? ਤੁਸੀਂ ਪਾਪਾ ਨੂੰ ਛੱਡ ਕਿਉਂ ਨਹੀਂ ਚਲੇ ਗਏ? ਤੁਸੀਂ ਪੜ੍ਹੇ ਲਿਖੇ ਸੀ, ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਸੀ। ਮੈਂ ਸ਼ਾਇਦ ਅਜੇ ਹੋਰ ਵੀ ਬੋਲਦੀ, ਪਰ ਮੰਮੀ ਪਹਿਲਾਂ ਹੀ ਬੋਲ ਪਏ। ਬਚਪਨ ਤੋਂ ਹੀ ਸਾਨੂੰ ਮਿਡਲ ਕਲਾਸ ਕੁੜੀਆਂ ਨੂੰ ਇਹੀ ਪੜ੍ਹਾਇਆ ਜਾਂਦਾ, ਪੇਕੇ ਘਰੋਂ ਡੋਲੀ ਉੱਠੇਗੀ, ਸਹੁਰੇ ਘਰੋਂ ਅਰਥੀ ਉੱਠਣੀ ਚਾਹੀਦੀ ਆ। ਨਾਲੇ ਜੋ ਮੇਰੇ ਨਾਲ ਹੋ ਰਿਹਾ ਸੀ ਉਹ ਕੋਈ ਅਨੋਖਾ ਤਾਂ ਥੋੜਾ ਸੀ, ਸਭ ਨਾਲ ਇੰਝ ਹੀ ਹੁੰਦਾ, ਕਿਸੇ ਨਾਲ ਜ਼ਿਆਦਾ, ਕਿਸੇ ਨਾਲ ਥੋੜਾ। ਮੇਰੀ ਗਲਤੀ ਸਿਰਫ ਇੰਨੀ ਸੀ ਕਿ ਮੈਂ ਇੱਕ ਮਿਡਲ ਕਲਾਸ ਦੀ ਕੁੜੀ ਹੋ ਕੇ ਹਰਸ਼ ਵਰਗੇ ਰੀਜ਼ ਨਾਲ ਵਿਆਹ ਕੀਤਾ। ਉਹਨਾਂ ਨੂੰ ਮੇਰੀ ਖੁਸ਼ੀ ਦੀ ਕੋਈ ਫਿਕਰ ਨਹੀਂ ਸੀ, ਬਸ ਉਹ ਮੇਰੇ ਭੈਣ ਭਰਾ ਦੇ ਵਿਆਹ 'ਤੇ ਮੇਰੇ ਨਾਲ ਖੜੇ ਹੋ ਗਏ। ਮੇਰੇ ਲਈ ਇਹੀ ਬਹੁਤ ਸੀ। ਹਰਸ਼ ਕਰਕੇ ਮੇਰੇ ਭੈਣ ਭਰਾ ਦਾ ਰਿਸ਼ਤਾ ਬਹੁਤ ਵਧੀਆ ਘਰ ਵਿੱਚ ਜੁੜ ਗਿਆ। ਰਹੀ ਗੱਲ ਤੇਰੇ ਪਾਪਾ ਨੂੰ ਛੱਡ ਜਾਣ ਦੀ, ਤਾਂ ਉਹ ਮੈਂ ਸੋਚੀ ਜ਼ਰੂਰ ਸੀ, ਪਰ ਹਿੰਮਤ ਨਾ ਕਰ ਸਕੀ, ਕਿਉਂਕਿ ਮੈਨੂੰ ਉਸ ਵੇਲੇ ਕਿਸੇ ਦੀ ਸਪੋਰਟ ਨਹੀਂ ਸੀ। ਮੈਨੂੰ ਯਾਦ ਆ ਜਦੋਂ ਮੈਂ ਆਪਣੀ ਮਾਂ ਨੂੰ ਆਪਣੇ ਨਾਲ ਹੋ ਰਹੇ ਵਿਵਹਾਰ ਵਾਲੇ ਦੱਸਿਆ ਤਾਂ ਉਹ ਬੋਲੇ, ਮੈਂ ਜਦੋਂ ਬਹੁਤ ਬਿਮਾਰ ਹੋ ਗਈ ਤਾਂ ਉਸ ਵੇਲੇ ਤੁਹਾਨੂੰ ਦੋਹਾਂ ਨੂੰ ਲੈ ਕੇ ਮੈਂ ਆਪਣੇ ਪੇਕੇ ਗਈ ਤੇ ਦਿਲ ਹੀ ਦਿਲ ਅੰਦਰ ਇਹ ਫੈਸਲਾ ਕਰ ਲਿਆ ਕਿ ਮੈਂ ਹਰਸ਼ ਨੂੰ ਛੱਡ ਦੇਣਾ। ਪਾਪਾ ਨੂੰ ਕਹਿ ਦੇਣਾ ਕਿ ਕਿਤੇ ਛੋਟੀ ਮੋਟੀ ਨੌਕਰੀ ਕਰ ਲੈਂਦੀ ਆ ਜਿਸ ਨਾਲ ਤੁਹਾਨੂੰ ਪਾਲ ਸਕਾਂ। ਪਰ ਜਦੋਂ ਮੈਂ ਆਪਣੀ ਮਾਂ ਨੂੰ ਇਹ ਸਾਰੀ ਗੱਲ ਦੱਸੀ ਤਾਂ ਉਹ ਹਲਕਾ ਜਿਹਾ ਹੱਸਦੇ ਹੋਏ ਬੋਲੇ, ਇਹ ਕਿਹੜਾ ਗੱਲਾਂ 'ਚੋਂ ਗੱਲ ਆ? ਸੱਸ ਮਾਂ ਦਾ ਕਿਹਾ ਦਿਲ 'ਤੇ ਨਹੀਂ ਲਗਾਈਦਾ। ਉਹ ਜੋ ਵੀ ਕਹਿੰਦੇ ਨੇ ਤੇਰੇ ਭਲੇ ਲਈ ਕਹਿੰਦੇ ਨੇ। ਮੈਂ ਪੁੱਛਿਆ, ਹਰ ਵੇਲੇ ਮੈਨੂੰ ਗਲਤ ਕਹਿਣਾ, ਕਿਹੜੇ ਭਲੇ ਦੀ ਗੱਲ ਕਰਦੇ ਨੇ? ਚੱਲ ਛੱਡ, ਐਵੇਂ ਨਾ ਗੁੱਸਾ ਕਰਿਆ ਕਰ। ਹੁਣ ਤੂੰ ਇਕੱਲੀ ਨਹੀਂ, ਤੇਰੇ ਨਾਲ 2 ਧੀਆਂ ਵੀ ਨੇ ਤੇ ਮੇਰੇ ਕੋਲ ਸਿਰਫ ਤੂੰ ਹੀ ਨਹੀਂ, ਮੈਂ ਰੀਨਾ ਨੂੰ ਵੀ ਦੇਖਣਾ ਤੇ ਸਾਹਿਲ ਨੂੰ ਵੀ, ਜੋ ਕਿ ਮੇਰੇ ਛੋਟੇ ਭੈਣ ਭਰਾ ਸੀ। ਜੇ ਤੂੰ ਘਰ ਵਿੱਚ ਬੈਠ ਗਈ ਤਾਂ ਉਹਨਾਂ ਦਾ ਕੀ ਹੋਵੇਗਾ? ਇਸ ਲਈ ਹਰਸ਼ ਨੂੰ ਦੱਸ, ਉਹ ਆਪੇ ਸਭ ਕੁਝ ਠੀਕ ਕਰ ਦੇਵੇਗਾ। ਇਹ ਸਭ ਸੁਣ ਜੋ ਥੋੜੀ ਬਹੁਤ ਹਿੰਮਤ ਕਰਕੇ ਆਪਣੇ ਘਰ ਗਈ ਸੀ, ਹੁਣ ਉਹ ਵੀ ਟੁੱਟ ਗਈ ਸੀ। ਮੈਂ ਵਾਪਸ ਉਸੇ ਘਰ ਆ ਗਈ ਜਿੱਥੇ ਮੈਨੂੰ ਸ਼ੋਅ ਪੀਸ ਵਾਂਗ ਸਜਾ ਕੇ ਰੱਖਦੇ ਸੀ। ਨਾ ਕੁਝ ਬੋਲਣਾ, ਨਾ ਸੁਣਨਾ ਤੇ ਨਾ ਦੇਖਣਾ, ਬਸ ਹਰ ਵਕਤ ਝੂਠਾ ਦਿਖਾਵਾ ਕਰਨਾ। ਕਹਿਣ ਨੂੰ ਤਾਂ ਤੇਰੇ ਪਾਪਾ ਮੈਨੂੰ ਹਰ ਥਾਂ 'ਤੇ ਨਾਲ ਲੈ ਕੇ ਜਾਂਦੇ ਸੀ, ਕਿਉਂਕਿ ਹਾਈ ਫਾਈ ਪਾਰਟੀ ਵਿੱਚ ਹਸਬੈਂਡ ਨਾਲ ਵਾਈਫ ਦਾ ਹੋਣਾ ਬਹੁਤ ਜ਼ਰੂਰੀ ਆ। ਘਰੋਂ ਨਿਕਲਣ ਵੇਲੇ ਮੰਮੀ ਮੈਨੂੰ ਉੱਪਰ ਤੋਂ ਥੱਲੇ ਤੱਕ ਚੰਗੀ ਤਰ੍ਹਾਂ ਦੇਖਦੇ ਸੀ, ਫਿਰ ਆਪਣੇ ਹਿਸਾਬ ਨਾਲ ਜੋ ਬਦਲਣਾ ਹੁੰਦਾ ਬਦਲ ਦਿੰਦੇ। ਹਰਸ਼ ਨੇ ਕਦੇ ਨਹੀਂ ਪੁੱਛਿਆ, ਕਿਰਨ ਤੂੰ ਜਾਣਾ ਚਾਹੁੰਦੀ ਆ ਜਾਂ ਜੋ ਤੂੰ ਪਾਇਆ ਤੈਨੂੰ ਪਸੰਦ ਆ? ਕਾਰ ਵਿੱਚ ਬੈਠ ਕੇ ਉਹ ਫੋਨ 'ਤੇ ਗੱਲਾਂ ਕਰਦੇ ਰਹਿੰਦੇ ਤੇ ਕਾਰ ਤੋਂ ਉਤਰਦੇ ਹੀ ਉਹਨਾਂ ਦੀ ਪਹਿਲੀ ਗੱਲ ਹੁੰਦੀ, ਕਿਰਨ ਹੱਸਦਾ ਚਿਹਰਾ ਚਾਹੀਦਾ ਮੈਨੂੰ, ਇੱਥੇ ਬਹੁਤ ਵੱਡੇ ਲੋਕ ਆਏ ਨੇ, ਮੇਰੀ ਇੱਜ਼ਤ ਹੈ ਇਹਨਾਂ ਵਿੱਚ, ਸੋ ਧਿਆਨ ਰੱਖਣਾ। ਮੈਂ ਇੰਨੇ ਵੱਡੇ ਲੋਕਾਂ ਵਿੱਚ ਜਾ ਕਦੇ ਕੰਫਰਟੇਬਲ ਨਹੀਂ ਹੁੰਦੀ ਸੀ। ਮੈਂ ਬਸ ਇੱਕ ਟੇਬਲ 'ਤੇ ਬੈਠ ਇੱਧਰ ਉੱਧਰ ਲੋਕਾਂ ਨੂੰ ਹੱਥ ਵਿੱਚ ਗਲਾਸ ਫੜੀ ਦੇਖਦੀ। ਤੇਰੇ ਪਾਪਾ ਦੂਰ ਕਿਸੇ ਨਾਲ ਗੱਲਾਂ ਵਿੱਚ ਮਸਤ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮੈਂ ਕਿੱਥੇ ਬੈਠੀ ਹਾਂ, ਕੁਝ ਖਾਧਾ ਜਾਂ ਨਹੀਂ, ਮੇਰੇ ਨਾਲ ਉੱਥੇ ਕੋਈ ਬੈਠਾ ਹੈ ਜਾਂ ਮੈਂ ਬੋਰ ਹੋ ਰਹੀ ਹਾਂ।
ਇਸ ਸਭ ਨਾਲ ਤੇਰੇ ਪਾਪਾ ਨੂੰ ਕੋਈ ਮਤਲਬ ਨਹੀਂ ਸੀ। ਜੇ ਆਪਣੀ ਮਰਜ਼ੀ ਨਾਲ ਖਾਣ ਨੂੰ ਕੁਝ ਲੈ ਆਉਂਦਾ ਤਾਂ ਹਰਸ਼ ਦੀ ਬੇਇੱਜ਼ਤੀ ਹੋ ਗਈ। ਕਿਰਨ ਕੀ ਲੋੜ ਸੀ ਉੱਠ ਕੇ ਜਾਣ ਦੀ, ਇੰਨੇ ਬੇਟਰ ਨੇ, ਕਿਸੇ ਨੂੰ ਵੀ ਆਰਡਰ 'ਤੇ ਕਹਿ ਕੇ ਮੰਗਵਾ ਲੈਂਦੀ। ਮੈਂ ਖੁਦ ਨੂੰ ਹਰਸ਼ ਮੁਤਾਬਕ ਬਣਾਉਣ ਲਈ ਸਭ ਕੁਝ ਕੀਤਾ, ਪਰ ਮੇਰਾ ਪਿਆਰ ਉਹਨਾਂ ਨੂੰ ਸਮਝ ਨਹੀਂ ਆਇਆ। ਮੈਨੂੰ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖਣਾ ਆਉਂਦਾ। ਮੈਂ ਇੱਕ BA ਪਾਸ ਅਨਪੜ੍ਹ ਮਾਂ ਹਾਂ, ਕਿਉਂਕਿ ਮੈਂ ਇੰਗਲਿਸ਼ ਨਹੀਂ ਬੋਲਦੀ। ਮੈਨੂੰ ਮੇਰੇ ਬੱਚਿਆਂ ਦੇ ਸਟੇਟਸ ਦਾ ਖਿਆਲ ਨਹੀਂ ਆ, ਉਹ ਕਿੰਨੇ ਵੱਡੇ ਸਕੂਲ ਵਿੱਚ ਪੜ੍ਹਦੇ ਨੇ। ਰੋਜੀ ਫਿਰ ਉਹਨਾਂ ਨੂੰ ਚੁੱਪ ਕਰਾਉਂਦੀ ਹੋਈ ਬੋਲੀ, ਨਹੀਂ ਮੰਮਾ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ। ਯੂ ਆਰ ਦਾ ਬੈਸਟ ਮਮ ਇਨ ਦਾ ਵਰਲਡ। ਫਿਰ ਕੀ ਹੋਇਆ ਜੇ ਤੁਸੀਂ ਇੰਗਲਿਸ਼ ਨਹੀਂ ਬੋਲ ਪਾਉਂਦੇ? ਮੈਨੂੰ ਨਹੀਂ ਲੱਗਦਾ ਕਿ ਮੈਨੂੰ ਮਨ ਜਾਂ ਅਮਨ ਨੂੰ ਇਸ ਵਿੱਚ ਕੋਈ ਦਿੱਕਤ ਆ। ਉਸਨੇ ਮੰਮੀ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਮੰਮੀ ਤਾਂ ਬੋਲੀ ਜਾ ਰਹੇ ਸੀ ਜਿਵੇਂ ਉਹ ਅੰਦਰੋਂ ਭਰੇ ਬੈਠੇ ਸੀ। ਉਹਨਾਂ ਨੇ ਕਿਹਾ, ਬੇਟਾ ਅੱਜ ਨਾ ਰੋਕ ਮੈਨੂੰ, ਮੈਂ ਤੁਹਾਨੂੰ ਇਹ ਸਭ ਦੱਸਣਾ ਹੈ ਜੋ ਗੱਲਾਂ ਮੈਨੂੰ ਅੰਦਰ ਹੀ ਅੰਦਰ ਖਾ ਰਹੀਆਂ ਨੇ। ਇੱਕ ਵਾਰ ਤੁਸੀਂ ਸਾਰੇ ਮੈਕਡੋਨਲਡ ਗਏ ਸੀ। ਮੈਂ ਬਸ ਰਾਤ ਦੀ ਰੋਟੀ ਤੇ ਅਮਨ ਨੂੰ ਇਹ ਪੁੱਛ ਬੈਠੀ ਕਿ ਉੱਥੇ 버ਗਰ ਸਵਾਦ ਸੀ। ਇਸ ਗੱਲ ਤੇ ਮੇਰਾ ਇੰਨਾ ਮਜ਼ਾਕ ਉੱਡਿਆ ਕਿ ਮੈਂ ਰੋ ਰੋ ਕੇ ਰਾਤ ਕੱਟੀ। ਅਸਲ ਵਿੱਚ ਮੈਂ ਕਦੇ ਗਈ ਨਹੀਂ ਸੀ ਨਾ, ਪਾਪਾ ਨੇ ਕਦੇ ਜਾਣ ਹੀ ਨਹੀਂ ਦਿੱਤਾ ਸੀ। ਅਸੀਂ ਸਿਰਫ ਸਾਲ ਵਿੱਚ ਇੱਕ ਵਾਰ ਬਾਹਰ ਰੋਟੀ ਖਾਣ ਜਾਂਦੇ ਸੀ, ਉਹ ਵੀ ਦੀਵਾਲੀ ਤੇ ਮਿਲੇ ਬੋਨਸ ਤੇ। ਉਸ ਵਿੱਚ ਵੀ ਪਾਪਾ ਨੇ ਕਿਹਾ ਹੋਇਆ ਸੀ ਕਿ 1500 ਤੋਂ ਉੱਪਰ ਬਿੱਲ ਨਾ ਬਣੇ। ਮੈਨੂੰ ਤੇ ਯਾਦ ਹੀ ਨਹੀਂ ਕਿ ਮੇਰੀ ਮਾਂ ਤੇ ਮੈਂ ਕਦੇ ਆਪਣੀ ਮਰਜ਼ੀ ਨਾਲ ਕੁਝ ਆਰਡਰ ਵੀ ਕੀਤਾ ਹੋਵੇਗਾ। ਜੋ ਪਾਪਾ ਸਾਹਿਲ ਦੇ ਤੇ ਕਦੇ ਕਦੇ ਰੀਨਾ ਮੰਗਵਾ ਲੈਂਦੇ ਸੀ, ਅਸੀਂ ਉਹੀ ਖਾਂਦੇ ਸੀ। ਉਸ ਤਰ੍ਹਾਂ ਦੇ ਮਾਹੌਲ ਵਿੱਚ ਮੇਰੇ ਬੱਚੇ ਮੈਕਡੋਨਲਡ ਗਏ ਸੀ, ਜੋ ਉਹਨਾਂ ਲਈ ਨਹੀਂ ਪਰ ਮੇਰੇ ਲਈ ਜ਼ਰੂਰ ਨਵੀਂ ਚੀਜ਼ ਸੀ। ਇਸ ਲਈ ਮੈਂ ਜਾਣਨਾ ਚਾਹੁੰਦੀ ਸੀ ਕਿ ਉਸ ਦਾ ਸਵਾਦ ਕਿਵੇਂ ਦਾ ਹੈ। ਤੇਰੀ ਦਾਦੀ ਸਾਰਿਆਂ ਸਾਹਮਣੇ ਬੋਲੇ, ਮੈਂ ਤੇ ਪਹਿਲਾਂ ਹੀ ਕਹਿੰਦੀ ਸੀ ਕਿ ਗਰੀਬ ਘਰ ਦੀ ਦੇਖੋ, ਪਰ ਇਸ ਤਰ੍ਹਾਂ ਦੀ ਨਹੀਂ ਜਿਸ ਨੂੰ ਕਦੇ ਘਰ ਦੇ ਮੈਕਡੋਨਲਡ ਤੱਕ ਨਹੀਂ ਲੈ ਕੇ ਗਏ ਹੋਣ। ਪਾਪਾ ਤੇਰੇ ਹਰ ਵੇਲੇ ਮੈਨੂੰ ਸਿਰਫ ਇੱਕ ਸ਼ੋਅ ਪੀਸ ਵਾਂਗ ਆਪਣੇ ਨਾਲ ਰੱਖਦੇ, ਬਾਕੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਤੁਹਾਡੀ ਦਾਦੀ ਕਰਦੀ ਰਹੀ। ਮੇਰੀ ਹਰ ਗੱਲ ਨੂੰ ਗਲਤ ਤਰੀਕੇ ਨਾਲ ਰੱਖਿਆ ਜਾਂਦਾ। ਹਰਸ਼ ਅੱਗੋਂ ਮੇਰੀ ਇੱਕ ਨਾ ਸੁਣਦੇ ਤੇ ਬਿਨਾਂ ਗੱਲ ਤੋਂ ਮੈਨੂੰ 15-15 ਦਿਨ ਬੁਲਾਉਣਾ ਛੱਡ ਦਿੰਦੇ। ਇਹ ਕੋਲ ਹੀ ਬੈਠੇ ਨੇ, ਮਨ ਪੁੱਛ ਹੁਣ ਆਪਣੇ ਪਾਪਾ ਨੂੰ ਕੀ ਮੈਂ ਗਲਤ ਕਹਿ ਰਹੀ ਹਾਂ ਜਾਂ ਸਹੀ। ਪਾਪਾ ਨੀਵੀਂ ਪਾ ਕੇ ਬੈਠੇ ਸੀ, ਉਹਨਾਂ ਕੋਲ ਮੰਮੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਮੈਂ ਵੀ ਹੁਣ ਅੰਦਰੋਂ ਅੰਦਰੀ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਮੈਂ ਕਿਉਂ ਇਹ ਸਭ ਮੰਮਾ ਨੂੰ ਪੁੱਛਿਆ। ਮੈਨੂੰ ਆਪਣੀ ਮਾਂ ਦੀ ਬੇਵਸੀ ਕਿਉਂ ਸਮਝ ਨਹੀਂ ਆਈ। ਮੈਨੂੰ ਆਪਣੀ ਮਾਂ ਤੇ ਬਹੁਤ ਤਰਸ ਆ ਰਿਹਾ ਸੀ। ਹਜੇ ਸੋਚ ਵਿੱਚ ਸੀ ਤਾਂ ਪਾਪਾ ਬੋਲੇ, ਕਿਰਨ ਅੱਜ ਤੱਕ ਮੈਂ ਤੇਰੇ ਤੇ ਕਦੇ ਹੱਥ ਚੁੱਕਿਆ? ਮੰਮੀ ਬੋਲੇ, ਨਹੀਂ। ਕਦੀ ਤੈਨੂੰ ਤੇਰੇ ਪੇਕੇ ਜਾਣ ਤੋਂ ਰੋਕਿਆ? ਮੰਮੀ ਨੇ ਬਿਨਾਂ ਬੋਲੇ ਹੀ ਨਾ ਵਿੱਚ ਸਿਰ ਹਿਲਾ ਦਿੱਤਾ। ਕੀ ਸਾਡਾ ਵਿਆਹ ਤੇਰੀ ਮਰਜ਼ੀ ਤੋਂ ਬਿਨਾਂ ਹੋਇਆ ਸੀ? ਅੱਖਾਂ ਪੂੰਝਦੇ ਮੰਮੀ ਨੇ ਨਾ ਵਿੱਚ ਸਿਰ ਹਿਲਾ ਦਿੱਤਾ। ਫਿਰ ਤੂੰ ਕਿਵੇਂ ਕਹਿ ਸਕਦੀ ਆ ਕਿ ਤੇਰੀ ਇੱਜ਼ਤ ਮੇਰੇ ਦਿਲ ਵਿੱਚ ਨਹੀਂ ਆ? ਮੈਂ ਅਮੀਰ ਘਰ ਵਿੱਚ ਪੈਦਾ ਹੋਇਆ, ਇਹ ਮੇਰੀ ਗਲਤੀ ਸੀ? ਜਾਂ ਮੇਰੇ ਘਰਦਿਆਂ ਦੇ ਕਹਿਣ ਤੇ ਤੇਰੇ ਨਾਲ ਵਿਆਹ ਕਰਵਾਉਣਾ ਇਹ ਮੇਰੀ ਗਲਤੀ ਸੀ? ਹਰ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ, ਭਾਵੇਂ ਉਹ ਜਿਵੇਂ ਦੀ ਵੀ ਹੋਵੇ। ਉਸੇ ਤਰ੍ਹਾਂ ਮੈਂ ਕੀਤਾ। ਰੋਜੀ ਇੱਕ ਵਾਰ ਫਿਰ ਦੋਨਾਂ ਨੂੰ ਸਮਝਾਉਣ ਲਈ ਬੋਲੀ, ਪਾਪਾ ਬੱਸ ਕਰੋ, ਅਸੀਂ ਨਹੀਂ ਸੁਣਨਾ। ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਦੋਵੇਂ ਸਫਾਈ ਕਿਉਂ ਦੇ ਰਹੇ ਹੋ? ਨਹੀਂ ਬੇਟਾ, ਆਪਣੀ ਮਾਂ ਦੀ ਪੂਰੀ ਗੱਲ ਸੁਣ ਲਈ ਤੇ ਉਸ ਨੂੰ ਆਪਣੇ ਦੁੱਖਾਂ ਦਾ ਕਸੂਰਵਾਰ ਮੈਨੂੰ ਬਣਾ ਦਿੱਤਾ। ਜੇ ਤੁਸੀਂ ਲੋਕ ਮੈਨੂੰ ਮੇਰੀ ਸਫਾਈ ਵੀ ਨਹੀਂ ਦੇਣ ਦੇ ਰਹੇ। ਦਿੱਲੀ ਵਿੱਚ 84 ਦੇ ਕਤਲੇਆਮ ਨੇ ਸਿਰਫ ਸਿੱਖਾਂ ਦਾ ਹੀ ਨਹੀਂ ਬਲਕਿ ਪੂਰੀ ਦਿੱਲੀ ਦਾ ਬੁਰਾ ਹਾਲ ਕਰ ਦਿੱਤਾ ਸੀ। ਸਾਡਾ ਬਣਿਆ ਬਣਾਇਆ ਕੰਮ ਬੰਦ ਹੋ ਗਿਆ। ਅਸੀਂ ਅਮੀਰੀ ਤੇ ਗਰੀਬੀ ਵੱਲ ਆ ਗਏ। ਉਸ ਵੇਲੇ ਮੈਨੂੰ ਪਤਾ ਚੱਲਿਆ ਕਿ ਗਰੀਬ ਲੋਕ ਕਿਵੇਂ ਆਪਣਾ ਗੁਜ਼ਾਰਾ ਕਰਦੇ ਹੋਣਗੇ। ਇਸ ਲਈ ਮੈਂ ਫੈਸਲਾ ਕੀਤਾ ਕਿ ਜੇ ਮੈਂ ਦੁਬਾਰਾ ਅਮੀਰ ਹੋ ਗਿਆ ਤਾਂ ਮੈਂ ਇੱਕ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾਵਾਂਗਾ, ਜਿਸ ਨਾਲ ਮੈਂ ਉਸ ਨੂੰ ਉਹ ਸਭ ਦੇ ਸਕਾਂ ਜੋ ਉਹ ਪਹਿਲਾਂ ਨਹੀਂ ਸੀ ਲੈ ਸਕੇ। ਫਿਰ ਮੰਮੀ ਦੇ ਗੋਲਡ ਨੂੰ ਗਿਰਵੀ ਰੱਖ ਅਸੀਂ ਇੱਕ LED ਮਸ਼ੀਨ, ਫਰਿੱਜਾਂ, ਇਹ ਸਭ ਨੂੰ ਵੇਚਣ ਦਾ ਸ਼ੋਅਰੂਮ ਬਣਾਇਆ। ਹੌਲੀ ਹੌਲੀ ਕੰਮ ਚੱਲ ਪਿਆ। ਅਸੀਂ ਦਿਨੋਂ ਦਿਨ ਹੋਰ ਅਮੀਰ ਹੁੰਦੇ ਗਏ। ਫਿਰ ਘਰ ਵਿੱਚ ਮੇਰੇ ਵਿਆਹ ਦੀਆਂ ਗੱਲਾਂ ਹੋਣ ਲੱਗਾਂ। ਇਸ ਲਈ ਜਦੋਂ ਕਿਰਨ ਦਾ ਰਿਸ਼ਤਾ ਆਇਆ ਤਾਂ ਮੈਂ ਫਟਾਫਟ ਹਾਂ ਕਰ ਦਿੱਤੀ, ਕਿਉਂਕਿ ਮੈਂ ਇਹੀ ਚਾਹੁੰਦਾ ਸੀ। ਇੱਕ ਮਿੰਟ, ਮੇਰਾ ਰਿਸ਼ਤਾ ਆਇਆ ਜਾਂ ਤੁਹਾਡਾ ਰਿਸ਼ਤਾ ਆਇਆ, ਕੀ ਫਰਕ ਪੈਂਦਾ ਯਾਰ? ਆਪਣਾ ਰਿਸ਼ਤਾ 20 ਸਾਲ ਪੁਰਾਣਾ, ਆਪਣੇ 3 ਬੱਚੇ ਨੇ। ਪਾਪਾ ਦੀ ਰੋਜੀ ਵਾਂਗ ਗੱਲ ਨੂੰ ਖਤਮ ਕਰਨ ਵਿੱਚ ਲੱਗੇ ਸੀ, ਪਰ ਸ਼ਾਇਦ ਮੈਂ ਮੰਮੀ ਦਾ ਦਿਲ ਕੁਝ ਜ਼ਿਆਦਾ ਹੀ ਦੁਖਾ ਦਿੱਤਾ ਸੀ, ਜਿਸ ਦਾ ਹਰਜਾਨਾ ਭੁਗਤਣਾ ਬਾਕੀ ਸੀ। ਸਾਰੇ ਜਾਣੇ ਚੁੱਪਚਾਪ ਮੰਮੀ ਪਾਪਾ ਦੀ ਹੋ ਰਹੀ ਬਹਿਸ ਨੂੰ ਸੁਣ ਰਹੇ ਸੀ। ਮੈਂ ਆਪਣੀ ਕੀਤੀ ਗਲਤੀ ਨੂੰ ਸੁਧਾਰ ਤਾਂ ਨਹੀਂ ਸਕਦੀ ਸੀ, ਪਰ ਇਹ ਜੋ ਸਭ ਹੋ ਰਿਹਾ ਸੀ ਇਹ ਮੇਰੇ ਸਵਾਲ ਦੇ ਉਲਟ ਸੀ। ਮੈਂ ਮੰਮੀ ਨੂੰ ਉਹਨਾਂ ਦਾ ਤੇ ਦਾਦੀ ਦਾ ਕੀ ਝਗੜਾ ਸੀ ਇਸ ਬਾਰੇ ਜਾਣਨਾ ਸੀ, ਨਾ ਕਿ ਮੰਮੀ ਤੇ ਪਾਪਾ ਵਿੱਚ ਕੋਈ ਝਗੜਾ ਕਰਵਾਉਣਾ ਸੀ।
ਅਖੀਰ ਭੂਆ ਵਿੱਚ ਬੋਲੇ, ਤੁਸੀਂ ਦੋਵੇਂ ਚੁੱਪ ਕਰ ਜਾਓ, ਐਵੇਂ ਇੱਕ ਦੂਜੇ ਦੀਆਂ ਗਲਤੀਆਂ ਅੱਜ 20 ਸਾਲ ਬਾਅਦ ਯਾਦ ਕਰ ਰਹੇ ਹੋ। ਨਾ ਕਿਰਨ ਨੇ ਰਿਸ਼ਤਾ ਭੇਜਿਆ ਸੀ, ਨਾ ਹਰਸ਼ ਨੇ। ਇਹ ਮੇਰੀ ਸੱਸ ਦੀ ਚਾਲ ਸੀ, ਮੰਮੀ ਨੂੰ ਸਾਰੀ ਉਮਰ ਨੀਚਾ ਦਿਖਾਉਣ ਦੀ। ਸਭ ਤੋਂ ਪਹਿਲਾਂ ਮੈਂ ਹੀ ਬੋਲੀ, ਕੀ ਕਹਿ ਰਹੇ ਹੋ ਭੂਆ ਜੀ, ਤੁਹਾਡੀ ਸੱਸ? ਹਾਂ ਬੇਟਾ, ਮੇਰਾ ਰਿਸ਼ਤਾ ਵਿਨੋਦ ਨਾਲ ਤੈਅ ਹੋਇਆ ਸੀ, ਪਰ ਉਹਨਾਂ ਨੇ ਪਾਪਾ ਤੋਂ ਬਹੁਤ ਦਾਜ ਮੰਗਿਆ। ਉਸ ਵੇਲੇ ਅਸੀਂ ਨਵਾਂ ਕੰਮ ਸੈੱਟ ਕੀਤਾ ਸੀ। ਪਹਿਲਾਂ ਤੋਂ ਹੀ ਮੰਮੀ ਦਾ ਗੋਲਡ ਤੇ ਹੋਰ ਵੀ ਬਹੁਤ ਲੋਨ ਚੱਲ ਰਹੇ ਸੀ। ਫਿਰ ਵੀ ਪਾਪਾ ਨੇ ਸਭ ਕੀਤਾ, ਪਰ ਮੇਰੇ ਸਹੁਰਿਆਂ ਨੂੰ ਖੁਸ਼ ਨਹੀਂ ਕਰ ਪਾਏ। ਮੇਰੀ ਡੋਲੀ ਤਾਂ ਚਲੀ ਗਈ, ਪਰ ਮੈਂ ਰੋਜ਼ ਉੱਥੇ ਜਲੀਲ ਹੁੰਦੀ ਰਹੀ। ਇਸ ਬਾਰੇ ਮੈਂ 2 ਸਾਲ ਤੱਕ ਕਿਸੇ ਨੂੰ ਕੋਈ ਜ਼ਿਕਰ ਨਹੀਂ ਕੀਤਾ। ਜਦੋਂ ਹਿਣਾ ਹੋਣ ਵਾਲੀ ਸੀ ਤਾਂ ਮੈਂ ਘਰ ਆਈ ਤੇ ਪਾਪਾ ਮੰਮੀ ਨੂੰ ਸਭ ਦੱਸਿਆ। ਮੰਮੀ ਨੇ ਪੁਲਿਸ ਕੰਪਲੇਂਟ ਕਰਵਾ ਦਿੱਤੀ। ਪੁਲਿਸ ਵਿਨੋਦ ਦੇ ਮੰਮੀ ਨੂੰ ਜੇਲ੍ਹ ਵਿੱਚ ਲੈ ਗਈ। ਕਾਫੀ ਕੁੱਟਮਾਰ ਵੀ ਹੋਈ। ਫਿਰ 4 ਮਹੀਨੇ ਬਾਅਦ ਉਹਨਾਂ ਦੀ ਬੇਲ ਹੋ ਗਈ ਤੇ ਮਜਬੂਰੀ ਵਿੱਚ ਉਹਨਾਂ ਨੂੰ ਮੈਨੂੰ ਆਪਣੇ ਘਰ ਲੈ ਕੇ ਜਾਣਾ ਪਿਆ। ਹਿਣਾ ਦੇ ਜਨਮ ਤੇ ਪਾਪਾ ਨੇ ਮੇਰਾ ਘਰ ਬਚਾਉਣ ਲਈ ਉਹਨਾਂ ਦੀ ਹਰ ਡਿਮਾਂਡ ਪੂਰੀ ਕੀਤੀ। ਫਿਰ ਮੇਰੇ ਨਾਲ ਤਾਂ ਸਭ ਠੀਕ ਹੋ ਗਿਆ, ਪਰ ਉਹਨਾਂ ਦੇ ਦਿਲ ਵਿੱਚ ਮੰਮੀ ਲਈ ਜੋ ਨਫ਼ਰਤ ਸੀ ਉਹ ਖਤਮ ਨਹੀਂ ਹੋਈ। ਇਸ ਲਈ ਉਹਨਾਂ ਨੇ ਕਿਰਨ ਦਾ ਰਿਸ਼ਤਾ ਇਹ ਕਹਿ ਕੇ ਕਰਵਾਇਆ ਕਿ ਕਿਰਨ ਦੇ ਪਾਪਾ ਬੈਂਕ ਮੈਨੇਜਰ ਨੇ, ਤੁਹਾਨੂੰ ਲੋਨ ਲੈ ਦੇਣਗੇ। ਮੇਰੀ ਸੱਸ ਦਾ ਝੂਠ ਤੁਹਾਡੇ ਰਿਸ਼ਤੇ ਦੀ ਬੁਨਿਆਦ ਬਣਿਆ। ਮੰਮੀ ਨੇ ਜੋ ਵੀ ਪਤਾ ਕਰਵਾਇਆ ਉਸ ਨੂੰ ਵਧਾ ਚੜਾ ਕੇ ਮੇਰੀ ਸੱਸ ਨੇ ਪੇਸ਼ ਕੀਤਾ। ਮੰਮੀ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ। ਉਹਨਾਂ ਨੂੰ ਲੱਗਿਆ ਕਿ ਜੋ ਉਹਨਾਂ ਦੀ ਗੱਲ ਮਨ ਨੂੰ ਇਹ ਰਿਸ਼ਤਾ ਕਰਨਗੇ ਤਾਂ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਜਾਵੇਗਾ ਤੇ ਪਿਛਲੀਆਂ ਸਾਰੀਆਂ ਗੱਲਾਂ ਤੇ ਮਿੱਟੀ ਪੈ ਜਾਵੇਗੀ। ਪਰ ਉਹ ਨਹੀਂ ਜਾਣਦੇ ਸੀ ਕਿ ਮੰਮੀ ਇਹ ਸਭ ਬਦਲਾ ਲੈਣ ਲਈ ਕਰ ਰਹੇ ਨੇ। ਉਹਨਾਂ ਮੇਰੀ ਸੱਸ ਤੇ ਵਿਸ਼ਵਾਸ ਕਰ ਇਹ ਰਿਸ਼ਤਾ ਪੱਕਾ ਕਰ ਦਿੱਤਾ। ਉਹਨਾਂ ਤਾਂ ਫੇਰੇ ਵਾਲੇ ਦਿਨ ਤੁਹਾਡਾ ਘਰ ਦੇਖਿਆ। ਉਸ ਦਿਨ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਫਿਰ ਸਭ ਬਦਲ ਗਿਆ। ਅਸੀਂ ਅਮੀਰੀ ਤੋਂ ਗਰੀਬੀ ਦੇਖੀ ਸੀ, ਜਿਸ ਨੂੰ ਸਹਿ ਪਾਉਣਾ ਬਹੁਤ ਮੁਸ਼ਕਲ ਸੀ, ਪਰ ਕੁਝ ਦੇਰ ਬਾਅਦ ਅਸੀਂ ਅਮੀਰ ਹੋ ਗਏ। ਮੰਮੀ ਨੇ ਸਿਰਫ ਇਹੋ ਚਾਹਿਆ ਸੀ ਕਿ ਕੁੜੀ ਵਾਲੇ ਸਾਡੇ ਤੋਂ ਅਮੀਰ ਨਾ ਹੋਣ, ਪਰ ਗਰੀਬ ਵੀ ਹੋਣ। ਮੇਰੀ ਸੱਸ ਦੀ ਚਲਾਕੀ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਤੁਹਾਡਾ ਵਿਆਹ ਹੋ ਚੁੱਕਿਆ ਸੀ। ਉਹਨਾਂ ਇਹ ਰਿਸ਼ਤਾ ਤੜਵਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਗੱਲ ਨਾ ਬਣੀ। ਹਰਸ਼ ਤਿਆਰ ਨਾ ਹੋਇਆ। ਉਹ ਹਰ ਵੇਲੇ ਮੰਮੀ ਨੂੰ ਸਮਝਾਉਂਦਾ ਕਿ ਜੇ ਆਂਟੀ ਸਾਡੇ ਨਾਲ ਗੇਮ ਖੇਡ ਗਏ ਤਾਂ ਉਸ ਵਿੱਚ ਕਿਰਨ ਦੀ ਕੀ ਗਲਤੀ ਆ, ਮੈਂ ਉਸ ਨੂੰ ਨਹੀਂ ਛੱਡਾਂਗਾ। ਭੂਆ ਦੀ ਗੱਲ ਅਜੇ ਖਤਮ ਨਹੀਂ ਹੋਈ ਸੀ ਕਿ ਪਾਪਾ ਐਨਕ ਪੂੰਝਦੇ ਹੋਏ ਬੋਲੇ, ਮੈਂ ਉਸ ਵੇਲੇ ਚਾਹੁੰਦਾ ਤਾਂ ਤੈਨੂੰ ਛੱਡ ਕੇ ਹੋਰ ਕਿਸੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ ਸੀ, ਪਰ ਮੈਂ ਇੰਜ ਨਹੀਂ ਕੀਤਾ। ਜਦੋਂ ਮੰਮੀ ਹਰਸ਼ ਨੂੰ ਸਮਝਾਉਣ ਵਿੱਚ ਨਾਕਾਮਯਾਬ ਰਹੇ ਤਾਂ ਉਹਨਾਂ ਮੇਰੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਕਿਰਨ ਆਲਸੀ ਆ, ਪੈਸੇ ਦੇਖ ਪਾਗਲ ਹੋ ਗਈ ਆ, ਉਹਨਾਂ ਦਾ ਖਿਆਲ ਨਹੀਂ ਰੱਖਦੀ। ਜਦ ਕਿ ਇਹ ਸਭ ਗਲਤ ਤੇ ਝੂਠ ਸੀ, ਜੋ ਮੈਨੂੰ ਘਰ ਦੇ ਨੌਕਰਾਂ ਤੋਂ ਪਤਾ ਚੱਲਦਾ ਰਹਿੰਦਾ ਸੀ। ਮੰਮੀ ਬਸ ਚਾਹੁੰਦੇ ਸੀ ਕਿ ਕਿਸੇ ਤਰੀਕੇ ਰਿਸ਼ਤਾ ਟੁੱਟ ਜਾਵੇ, ਪਰ ਉਹਨਾਂ ਦੇ ਪਰਿਵਾਰ ਤੇ ਕੋਈ ਗੱਲ ਨਾ ਆਵੇ। ਫਿਰ ਬੱਚਾ ਨਹੀਂ ਹੁੰਦਾ ਦਾ ਡਰਾਮਾ, ਇਹ ਸਭ ਮੇਰੇ ਸਾਹਮਣੇ ਹੋਇਆ। ਮੇਰੀ ਸੱਸ ਇਹ ਸਭ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਤੇ ਗੱਲਾਂ ਵਿੱਚ ਮੈਨੂੰ ਕਹਿੰਦੀ, ਮੈਂ ਮੇਰਾ ਬਦਲਾ ਲੈ ਲਿਆ। ਮੇਰੀ ਮਾਂ ਤੋਂ ਹੁਣ ਉਸ ਦੀ ਇੱਜ਼ਤ ਘਰ ਘਰ ਨਿਲਾਮ ਹੋਵੇਗੀ। ਮੈਂ ਤਾਂ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹਾਂ ਜਿਸ ਦਿਨ ਕਿਰਨ ਇਸ ਘਰ ਵਿੱਚੋਂ ਚਲੀ ਜਾਵੇਗੀ। ਮੈਂ ਉਸ ਦਿਨ ਤੇਰੀ ਮਾਂ ਦੀ ਬੇਇੱਜ਼ਤੀ ਹਰ ਘਰ ਜਾ ਕੇ ਆਪ ਕਰਾਂਗੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੰਮੀ ਜਾਣੀ ਕਿ ਮੇਰੀ ਸੱਸ ਅੱਜ ਵੀ ਮੇਰੀ ਮਾਂ ਨਾਲ ਕਿੰਨੀ ਨਫ਼ਰਤ ਕਰਦੀ ਆ। ਫਿਰ ਰੋਜੀ ਦੇ ਆਉਣ ਤੇ ਇੱਕ ਵੱਡਾ ਸਾਰਾ ਫੰਕਸ਼ਨ ਕਰਨਾ, ਪਰ ਕਿਰਨ ਦੇ ਪਰਿਵਾਰ ਨੂੰ ਨਾ ਬੁਲਾਉਣਾ, ਬਾਅਦ ਵਿੱਚ ਮਾਫੀ ਦਾ ਡਰਾਮਾ, ਇਹ ਸਭ ਮੇਰੇ ਸਾਹਮਣੇ ਹੋਇਆ। ਪਰ ਮੈਂ ਕੀ ਕਰਦੀ, ਕਿੰਜ ਉਹਨਾਂ ਖਿਲਾਫ ਜਾਂਦੀ। ਅਖੀਰ ਉਹ ਮੇਰੀ ਮਾਂ ਸੀ, ਪਰ ਉਹਨਾਂ ਨਾਲ ਇਹ ਦੋਹਰੀ ਜ਼ਿੰਦਗੀ ਜਿਉਂਦੇ ਮੈਂ ਆਪ ਥੱਕ ਗਈ ਸੀ। ਭੂਆ ਬੋਲਦੇ ਮੰਮੀ ਕੋਲ ਬੈਠੀ ਰੋਣ ਲੱਗੇ। ਮੈਂ ਹਜੇ ਵੀ ਸੋਚ ਰਹੀ ਸੀ ਕਿ ਅਖੀਰ ਮੈਂ ਪੁੱਛਿਆ ਕੀ ਸੀ ਤੇ ਲੋਕ ਦੱਸ ਕੀ ਰਹੇ ਨੇ। ਖੈਰ, ਮੇਰੇ ਘਰ ਦਾ ਹਰ ਮੈਂਬਰ ਦੋਹਰੀ ਜ਼ਿੰਦਗੀ ਜੀ ਰਿਹਾ ਸੀ। ਉਹਨਾਂ ਦੀਆਂ ਗੱਲਾਂ ਸੁਣਦੇ ਖਿਲਰੇ ਕਾਗਜ਼ ਵਾਪਸ ਲਿਫਾਫੇ ਵਿੱਚ ਪਾਉਣ ਲੱਗੀ। ਉਸ ਵਿੱਚੋਂ ਇੱਕ ਰਿੰਗ ਵੀ ਨਿਕਲੀ, ਜੋ ਸਿਰਫ ਮੈਂ ਦੇਖੀ ਤੇ ਚੁੱਕ ਆਪਣੀ ਉਂਗਲੀ 'ਚ ਪਾ ਲਈ ਤੇ ਪੁੱਛਿਆ, ਇਹ ਕਿਸ ਦੀ ਆ? ਮੈਂ ਇੱਕ ਵਾਰ ਫਿਰ ਆਪਣੀ ਮਾਂ ਨੂੰ ਦੁਖੀ ਕਰ ਦਿੱਤਾ। ਉਤਾਰ ਇਸ ਰਿੰਗ ਨੂੰ, ਪਾਪਾ ਬੋਲੇ। ਮੈਂ ਡਰ ਗਈ ਤੇ ਫਟਾਫਟ ਉਸ ਰਿੰਗ ਨੂੰ ਉਤਾਰ ਪਾਪਾ ਵੱਲ ਕਰ ਦਿੱਤਾ। ਕਿਰਨ, ਤੂੰ ਇਸ ਰਿੰਗ ਨੂੰ ਹਜੇ ਵੀ ਸੰਭਾਲ ਕੇ ਰੱਖਿਆ, ਕਿਸ ਦੀ ਆ ਇਹ ਰਿੰਗ? ਮੈਂ ਦੁਬਾਰਾ ਪੁੱਛਿਆ ਤਾਂ ਮੰਮੀ ਰੋਂਦੇ ਹੋਏ ਬੋਲੇ, ਇਹ ਰਿੰਗ ਤੇਰੀ ਦਾਦੀ ਦੀ ਆ। ਕਿਰਨ, ਮੈਂ ਤੈਨੂੰ ਕਿਹਾ ਸੀ ਇਸ ਨੂੰ ਚੇਂਜ ਕਰਵਾ ਲੈ, ਤੂੰ ਹਜੇ ਵੀ ਇਸ ਨੂੰ ਰੱਖਿਆ? ਹਾਂਜੀ, ਇਸ ਰਿੰਗ ਨੂੰ ਦੇਖ ਕੇ ਮੈਨੂੰ ਮੇਰੀ ਔਕਾਤ ਨਜ਼ਰ ਆਉਂਦੀ ਆ। ਮੈਂ ਦੋਹਾਂ ਦੀ ਗੱਲ ਵਿੱਚ ਬੋਲ ਪਈ, ਉਹ ਹੈਲੋ, ਮੈਨੂੰ ਵੀ ਦੱਸੇਗਾ ਕਿ ਕੀ ਚੱਲ ਰਿਹਾ?
ਇਹ ਸਭ ਕੀ ਆ? ਕੁਝ ਨਹੀਂ ਬੇਟਾ, ਇੱਕ ਵਾਰ ਤੇਰੀ ਦਾਦੀ ਦੀ ਰਿੰਗ ਗੁੰਮ ਗਈ ਸੀ। ਉਹਨਾਂ ਨੇ ਕਿਰਨ ਨੂੰ ਪੁੱਛਿਆ ਕਿ ਘਰ ਕੋਈ ਆਇਆ ਸੀ। ਇਸ ਨੇ ਕਿਹਾ ਨਹੀਂ, ਉਹ ਕਹਿੰਦੇ ਇੱਕ ਵਾਰੀ CCTV ਵਿੱਚ ਰਿਕਾਰਡਿੰਗ ਚੈੱਕ ਕਰ ਲੈਂਦੇ ਆ। ਬਸ ਮਾਂ ਤੇਰੀ ਨੂੰ ਲੱਗਾ ਮੈਨੂੰ ਚੋਰ ਕਿਹਾ। ਵਾਹ ਜੀ ਵਾਹ, ਕਿੰਨੇ ਆਰਾਮ ਨਾਲ ਇੰਨੀ ਵੱਡੀ ਗੱਲ ਕਹਿ ਗਏ। ਮੈਂ ਦੱਸਦੀ ਹਾਂ ਮਨ, ਤੈਨੂੰ ਹੋਇਆ ਇੰਜ ਕਿ ਹਰ ਵਾਰ ਦੀ ਤਰ੍ਹਾਂ ਉਸ ਦਿਨ ਵੀ ਮੈਂ ਬਾਹਰ ਜਾਣਾ ਸੀ। ਮੰਮੀ ਤੇ ਤੇਰੇ ਪਾਪਾ ਵੀ ਤਿਆਰ ਹੋ ਰਹੇ ਸੀ। ਮੈਂ ਤਿਆਰ ਹੋ ਕੇ ਮੰਮੀ ਦੇ ਕਮਰੇ 'ਚ ਗਈ। ਹਰ ਵਾਰ ਦੀ ਤਰ੍ਹਾਂ ਉਹਨਾਂ ਆਪਣੇ ਹਿਸਾਬ ਨਾਲ ਮੈਨੂੰ ਤਿਆਰ ਕੀਤਾ। ਅਸੀਂ ਪਾਰਟੀ 'ਤੇ ਗਏ ਤੇ ਫਿਰ ਵਾਪਸ ਆ ਗਏ। ਮੈਂ ਵਾਪਸ ਆ ਕੇ ਮੰਮੀ ਦੇ ਦਿੱਤੇ ਗਹਿਣੇ ਉਤਾਰ ਦਿੱਤੇ, ਉਹਨਾਂ ਦੇ ਕਮਰੇ 'ਚ ਹੀ ਰੱਖ ਦਿੱਤੇ। ਮੰਮੀ ਉਦੋਂ ਉੱਥੇ ਹੀ ਸੀ। 3 ਦਿਨਾਂ ਬਾਅਦ ਮੰਮੀ ਇੱਕ ਪਾਰਟੀ 'ਤੇ ਗਏ, ਮੈਂ ਘਰ ਹੀ ਸੀ। ਮੇਰੇ ਮੰਮੀ ਪਾਪਾ ਮੈਨੂੰ ਮਿਲਣ ਆਏ ਹੋਏ ਸੀ। ਮੰਮੀ ਬਸ 5 ਕੁ ਮਿੰਟ ਉਹਨਾਂ ਕੋਲ ਰੁਕੇ ਤੇ ਫਿਰ ਚਲੇ ਗਏ। ਹਰਸ਼ ਤਾਂ ਹਮੇਸ਼ਾ ਘਰ 'ਚ ਹੀ ਸੀ, ਘਰ ਹੀ ਨਹੀਂ ਸੀ। ਖੈਰ ਰਾਤੀ ਜਦੋਂ ਮੰਮੀ ਵਾਪਸ ਆਏ ਤਾਂ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਬੋਲੇ, ਕਿਰਨ ਮੇਰੀ ਰਿੰਗ ਕਿੱਥੇ ਆ? ਮੈਂ ਕਿਹਾ ਕਿਹੜੀ ਰਿੰਗ ਮੰਮੀ ਜੀ? ਕਹਿੰਦੇ ਉਹੀ ਜੋ ਕੁਝ ਦਿਨ ਪਹਿਲਾਂ ਪਾਈ ਸੀ। ਮੈਂ ਕਿਹਾ ਮੰਮੀ ਜੀ, ਮੈਂ ਉਹ ਸੈੱਟ ਦੇ ਨਾਲ ਹੀ ਤੁਹਾਨੂੰ ਮੋੜ ਦਿੱਤੀ ਸੀ। ਮੇਰੇ ਕੋਲ ਤਾਂ ਮੇਰੀ ਹੀ ਸੈੱਟ ਪਈ ਆ, ਤੁਸੀਂ ਚਾਹੋ ਤਾਂ ਦੇਖ ਲਓ। ਮੰਮੀ ਅੱਗੋਂ ਗੁੱਸੇ ਵਿੱਚ ਬੋਲੇ, ਇਹ ਸਾਡੇ ਘਰ ਪਹਿਲੀ ਵਾਰ ਹੋਇਆ ਕਿ ਕੋਈ ਚੀਜ਼ ਗੁੰਮੀ ਹੋਈ ਆ। ਅੱਜ ਤੱਕ ਸੂਈ ਤੱਕ ਨਹੀਂ ਬਾਹਰ ਗਈ। ਕੱਲ ਤੇਰੇ ਪੇਕੇ ਆਏ ਸੀ, ਕਿਤੇ ਗਲਤੀ ਨਾਲ ਉਹਨਾਂ ਕੋਲ ਤਾਂ ਨਹੀਂ? ਮੈਂ ਮੰਮੀ ਵੱਲ ਦੇਖ ਕੇ ਬੋਲੀ, ਗਲਤੀ ਦਾ ਮਤਲਬ? ਤੁਸੀਂ ਮੇਰੇ ਤੇ ਮੇਰੇ ਪਰਿਵਾਰ ਤੇ ਸ਼ੱਕ ਕਰ ਰਹੇ ਹੋ? ਉਹ ਤੁਹਾਡੀ ਰਿੰਗ ਲੈ ਕੇ ਜਾਣਗੇ? ਮੈਂ ਇੰਨਾ ਬੋਲ ਉੱਚੀ ਉੱਚੀ ਰੋਣ ਲੱਗ ਪਈ ਤੇ ਮੰਮੀ ਮੇਰੇ ਕੋਲੋਂ ਉੱਠ ਕੇ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਨ ਲੱਗੇ ਕਿ ਉਹ ਕਿੰਨੇ ਵਜੇ ਆਏ ਸੀ, ਕਿੰਨੇ ਵਜੇ ਗਏ ਤੇ ਮੈਂ ਕੀ ਉਹਨਾਂ ਨੂੰ ਖਾਣ ਨੂੰ ਦਿੱਤਾ। ਸਭ ਦੇਖਿਆ। ਫਿਰ ਰਾਤੀ ਜਦੋਂ ਡੈਡੀ ਤੇ ਹਰਸ਼ ਆਏ ਤਾਂ ਉਹਨਾਂ ਸਾਹਮਣੇ ਵੀ ਮੇਰੀ ਬਹੁਤ ਬੇਇੱਜ਼ਤੀ ਕੀਤੀ। ਮੈਂ ਬਸ ਇੱਕ ਪਾਸੇ ਖੜੀ ਰੋਂਦੀ ਰਹੀ। ਇੰਨੀ ਦੇਰ ਨੂੰ ਹਰਸ਼ ਤੇ ਡੈਡੀ ਮੰਮੀ ਦੇ ਕਮਰੇ ਵਿੱਚ ਗਏ ਤੇ ਬਾਕੀ ਜੁਐਲਰੀ ਚੈੱਕ ਕਰਨ ਲੱਗੇ। ਉੱਥੇ ਹੀ ਮੰਮੀ ਦੇ ਪਰਸ ਦੀ ਜੇਬ ਫਟਣ ਹੋਣ ਕਾਰਨ ਰਿੰਗ ਉਸ ਵਿੱਚ ਵੜ ਗਈ ਸੀ। ਮੰਮੀ ਦੀ ਰਿੰਗ ਤਾਂ ਮਿਲ ਗਈ ਪਰ ਮੇਰੀ ਇੱਜ਼ਤ ਨਹੀਂ ਮਿਲੀ। ਮੈਂ ਆਪਣੇ ਹੀ ਘਰ ਵਿੱਚ ਚੋਰ ਬਣ ਗਈ। ਡੈਡੀ ਜੀ ਨੇ ਇਹ ਰਿੰਗ ਮੈਨੂੰ ਦਿੰਦੇ ਕਿਹਾ, ਬੇਟਾ ਮੈਂ ਮਾफ़ੀ ਮੰਗਦਾ, ਮਾਂ ਤੇਰੀ ਬੜਬੋਲੀ ਆ ਤੇ ਗੁੱਸੇਖੋਰ ਆ। ਮੈਨੂੰ ਪਤਾ ਤੂੰ ਬਹੁਤ ਸਮਝਦਾਰ ਆ, ਇਹ ਗੱਲ ਅੱਜ ਤੋਂ ਤੇਰੀ ਆ। ਮੈਂ ਰਿੰਗ ਲੈ ਰੋਂਦੀ ਆਪਣੇ ਕਮਰੇ 'ਚ ਆ ਗਈ। ਹਰਸ਼ ਨੇ ਵੀ ਆਪਣੀ ਮਾਂ ਦੀ ਸਾਈਡ ਲਈ, ਜਿਵੇਂ ਤੈਨੂੰ ਇੰਨੇ ਸਾਲਾਂ ਬਾਅਦ ਗੱਲ ਦੱਸੀ ਆ ਐਵੇਂ ਹੀ ਦੀਦੀ ਨੂੰ ਦੱਸੀ ਸੀ, ਸੋ ਉਹਨੂੰ ਵੀ ਖਾਸ ਨਹੀਂ ਲੱਗੀ। ਬੇਟਾ ਇਸ ਘਰ ਲਈ ਮੈਂ ਕਦੇ ਬਣੀ ਹੀ ਨਹੀਂ। ਪਤਾ ਨਹੀਂ ਰੱਬ ਨੇ ਸਾਡੇ ਸੰਜੋਗ ਕਿਵੇਂ ਲਿਖ ਦਿੱਤੇ, ਮੈਨੂੰ ਅਜੇ ਤੱਕ ਸਮਝ ਨਹੀਂ ਆਈ। ਪਰ ਜਦੋਂ ਮੰਮੀ ਆਪਣੀ ਆਖਰੀ ਦਿਨਾਂ 'ਤੇ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ, ਕਿਰਨ ਮੈਂ ਤੇਰੀ ਗੁਨਾਹਗਾਰ ਹਾਂ, ਮੈਂ ਤੈਨੂੰ ਕਦੇ ਦਿਲੋਂ ਨਹੀਂ ਅਪਣਾਇਆ, ਪਰ ਤੂੰ ਮੈਨੂੰ ਹਮੇਸ਼ਾ ਇੱਜ਼ਤ ਦਿੱਤੀ ਆ, ਮੈਨੂੰ ਪਿਆਰ ਦਿੱਤਾ, ਮੇਰੀ ਹਰ ਵੱਡੀ ਚੀਜ਼ ਦਾ ਖਿਆਲ ਰੱਖਿਆ। ਇੰਨਾ ਤਾਂ ਮੇਰੀ ਸਕੀ ਬੇਟੀ ਨਹੀਂ ਕਰ ਪਾਈ ਜਿੰਨਾ ਤੂੰ ਕੀਤਾ। ਮੈਨੂੰ ਮਾफ़ ਕਰ ਦੇ। ਮੇਰੇ ਜਾਣ ਤੋਂ ਬਾਅਦ ਮੇਰੇ ਹਰਸ਼ ਦਾ ਤੇ ਰੀਮਾ ਦਾ ਖਿਆਲ ਰੱਖੀ। ਰੋਜੀ ਸਮਝਦਾਰ ਆ, ਮਨ ਤੇ ਅਮਨ ਵਿੱਚ ਬਚਪਨਾ, ਪਰ ਤੈਨੂੰ ਬੱਚੇ ਤੈਨੂੰ ਬਹੁਤ ਪਿਆਰ ਕਰਦੇ ਨੇ। ਮੈਂ ਦਿਲੋਂ ਦੁਆ ਕਰਦੀ ਹਾਂ ਕਿ ਉਹ ਤੇਰੇ ਵਰਗੇ ਬਣਨ। ਤੂੰ ਇੱਕ ਸ਼ਰੀਫ ਨੇਕ ਦਿਲ ਕੁੜੀ ਆ। ਮੈਂ ਤੈਨੂੰ ਜਿੰਨੇ ਵੀ ਦੁੱਖ ਦਿੱਤੇ ਨੇ ਉਹ ਸਭ ਲਈ ਮਾफ़ੀ ਮੰਗਦੀ ਹਾਂ। ਮੈਂ ਕਿਹਾ ਮੰਮੀ ਜੀ ਇੰਝ ਨਾ ਬੋਲੋ, ਤੁਹਾਨੂੰ ਕੁਝ ਨਹੀਂ ਹੋਵੇਗਾ। ਮੈਂ ਵੀ ਤੁਹਾਡੇ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਤੇ ਐਡੀਆਂ ਵੱਡੀਆਂ ਪਾਰਟੀਆਂ ਵਿੱਚ ਕਿਵੇਂ ਗੱਲਬਾਤ ਕਰਨੀ ਆ, ਕਿਵੇਂ ਇੱਕ ਹੀ ਗਲਾਸ ਫੜ ਸਾਰਿਆਂ ਨਾਲ ਕੰਪਨੀ ਕਰਨੀ ਆ, ਕਿਸ ਮੌਕੇ ਤੇ ਕਿਵੇਂ ਤਿਆਰ ਹੋਣਾ, ਇਹ ਸਭ ਮੈਂ ਤੁਹਾਨੂੰ ਦੇਖ ਕੇ ਹੀ ਸਿੱਖਿਆ। ਮੇਰੇ ਦਿਲ ਵਿੱਚ ਤੁਹਾਡੇ ਲਈ ਕੋਈ ਗੁੱਸਾ ਨਹੀਂ। ਉਹਨਾਂ ਕਿਹਾ ਕਿ ਇੰਨਾ ਕਹਿ ਦਿੱਤਾ, ਹੁਣ ਮੈਂ ਸੌਖੀ ਮਰ ਜਾਵਾਂਗੀ, ਨਹੀਂ ਤਾਂ ਜਾਨ ਅੜੀ ਰਹਿਣੀ ਸੀ ਮੇਰੀ। ਆਖਰੀ ਵਾਰ ਉਹਨਾਂ ਮੈਨੂੰ ਪਾਣੀ ਲੈਣ ਭੇਜਿਆ ਤੇ ਆਪ ਪਿੱਛੋਂ ਮੇਰੇ ਪੂਰੇ ਹੋ ਗਏ। ਉਹ ਪਹਿਲੀ ਵਾਰ ਸੀ ਜਦੋਂ ਮੰਮੀ ਨੇ ਮੈਨੂੰ ਆਪਣੇ ਗਲ ਨਾਲ ਲਗਾਇਆ ਸੀ। ਸ਼ਾਇਦ ਨੂੰਹ ਸੱਸ ਦਾ ਰਿਸ਼ਤਾ ਹੁੰਦਾ ਹੀ ਇਸ ਤਰ੍ਹਾਂ ਦਾ। ਉਹ ਦੋਵੇਂ ਸਾਰੀ ਉਮਰ ਦੋਹਰੀ ਜ਼ਿੰਦਗੀ ਹੀ ਜਿਉਂਦੇ ਨੇ। ਮੈਂ ਆਪਣੀ ਮਾਂ ਦੇ ਗਲ ਲੱਗ ਰੋਣ ਲੱਗੀ ਤੇ ਬੋਲੀ, ਸੌਰੀ ਮੰਮਾ, ਦਾਦੀ ਨੇ ਮੈਨੂੰ ਤੁਹਾਨੂੰ ਇੰਨਾ ਤੰਗ ਕੀਤਾ, ਤੁਸੀਂ ਫਿਰ ਵੀ ਅਖੀਰ ਤੱਕ ਉਹਨਾਂ ਨਾਲ ਰਹੇ। ਮੈਂ ਵੀ ਤੁਹਾਡੀ ਸਿਆਣੀ ਧੀ ਬਣ ਕੇ ਦਿਖਾਵਾਂਗੀ। ਤੁਹਾਨੂੰ ਸਾਡੇ ਨਾਲ ਕਦੇ ਵੀ ਆਪਣੀ ਦੋਹਰੀ ਜ਼ਿੰਦਗੀ ਨਹੀਂ ਜੀਣੀ ਪਵੇਗੀ। ਉਸੇ ਵੇਲੇ ਭੂਆ ਜੀ ਨੇ ਅਰਜਨ ਨੂੰ ਕਿਹਾ ਫੋਨ ਕੱਢ ਕੇ, ਅੱਜ ਸਾਡੇ ਸਾਰਿਆਂ ਲਈ ਖਾਣਾ ਕਿਰਨ ਆਰਡਰ ਕਰੇਗੀ ਤੇ ਉਹ ਵੀ ਆਪਣੀ ਮਰਜ਼ੀ ਦਾ। ਸਭ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਦਾਦੀ ਨੂੰ ਯਾਦ ਕੀਤਾ ਤੇ ਸਭ ਦੇ ਦਿਲ ਵਿੱਚ ਮੰਮੀ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇੱਜ਼ਤ ਵੱਧ ਗਈ। ਅਸੀਂ ਸਾਰੇ ਵੀ ਕਦੇ ਨਾ ਕਦੇ ਕਿਤੇ ਨਾ ਕਿਤੇ ਦੋਹਰੀ ਜ਼ਿੰਦਗੀ ਜਿਉਂਦੇ ਹਾਂ ਤੇ ਉਸ ਜ਼ਿੰਦਗੀ ਨੂੰ ਜਿਉਂਦੇ ਅਕਸਰ ਅਸੀਂ ਕਿਸੇ ਨਾ ਕਿਸੇ ਦਾ ਦਿਲ ਦੁਖਾ ਹੀ ਦਿੰਦੇ ਹਾਂ। ਅਸੀਂ ਜਦੋਂ ਛੋਟੇ ਹੁੰਦੇ ਹਾਂ ਤਾਂ ਸਾਡੇ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਫਿਰ ਵੀ ਸਾਡੀ ਮੰਮੀ ਸਾਨੂੰ ਮਾफ़ ਕਰਕੇ ਅੱਗੇ ਜੀਣਾ ਸਿਖਾਉਂਦੀ ਆ, ਨਾ ਕਿ ਤਾਨੇ ਮਾਰਦੀ ਆ। ਮੇਰੀਆਂ ਸਾਰੀਆਂ ਸੱਸਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਕੁੜੀਆਂ ਤੁਹਾਡੇ ਘਰ ਆਈਆਂ ਨੇ
ਇਹ ਅਸਲ ਨੇ ਵਿੱਚ ਤੁਹਾਡੀਆਂ ਧੀਆਂ ਨੇ, ਜਿਨ੍ਹਾਂ ਤੁਹਾਡੇ ਕੋਲ ਰਹਿਣਾ ਤੁਹਾਡੇ ਆਖਰੀ ਸਾਹ ਤੱਕ। ਇਹ ਤੁਹਾਡੇ ਨਾਲ ਨੇ, ਪਰ ਜੇ ਤੁਸੀਂ ਇਹਨਾਂ ਨੂੰ ਮਾਂ ਬਣ ਕੇ ਗਲੇ ਨਹੀਂ ਲਗਾਇਆ ਤਾਂ ਇਹ ਕਿੱਥੋਂ ਧੀਆਂ ਬਣ ਜਾਣਗੀਆਂ। ਨਾਲ ਹੀ ਨਾਲ ਮੇਰੀਆਂ ਸਾਰੀਆਂ ਨੂੰਹਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਅਸੀਂ ਆਪਣੀ ਸਕੀ ਮਾਂ ਦੀਆਂ ਗੱਲਾਂ ਸੁਣ ਉਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਤਾਂ ਸੱਸ ਦੀਆਂ ਗੱਲਾਂ ਨੂੰ ਕਿਉਂ ਅਸੀਂ ਫੜੀ ਰੱਖਦੇ ਹਾਂ। ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ। ਸੋ ਪਲੀਜ਼, ਜੇ ਮਾਵਾਂ ਬਿਨਾਂ ਪੇਕੇ ਨਹੀਂ ਤਾਂ ਸੱਸਾਂ ਬਿਨਾਂ ਸਹੁਰੇ ਨਹੀਂ ਹੁੰਦੇ। ਜਿਵੇਂ ਅਸੀਂ ਆਪਣੀ ਧੀ ਦੀ ਗਲਤੀ ਮਾफ़ ਕਰ ਦਿੰਦੇ ਹਾਂ, ਉਵੇਂ ਹੀ ਨੂੰਹ ਦੀ ਗਲਤੀ ਵੀ ਮਾफ़ ਕਰ ਦਿਆ ਕਰੋ। ਜਿਵੇਂ ਅਸੀਂ ਆਪਣੀ ਮਾਂ ਦੀ ਸੇਵਾ ਕਰਨ ਲਈ ਸੋਚਦੇ ਹਾਂ, ਉਵੇਂ ਹੀ ਆਪਣੀ ਸੱਸ ਦੀ ਸੇਵਾ ਕਰਿਆ ਕਰੋ। ਕਹਾਣੀ ਨੂੰ ਪਸੰਦ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਲਦੀ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ।